ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਅਸੀਂ ਸਿੰਘ ਸਭਾ ਲੰਡਨੀਸ ਦੇ ਗੁਰਦੁਆਰਾ ਸੈਵਨ ਕਿੰਗ ਤੇ ਬਾਰਕਿੰਗ ਦੇ ਬਿਹਾਫ ਤੇ ਅਸੀਂ ਇੱਥੋਂ ਆਪ ਜੀ ਦੇ ਸਨਮੁਖ ਹੋ ਰਹੇ ਹਾਂ। ਆਪ ਜੀ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਿ ਸਾਡੇ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਸਾਡੇ ਦਿੱਲੀ ਵਿਖੇ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਭਰਾ ਸਾਰੇ ਸੜਕਾਂ ਉੱਤੇ ਪਏ ਹਨ। ਉਹਨਾਂ ਨੂੰ ਉਸ ਅੰਦੋਲਨ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਇੱਥੇ ਜੋ ਬਾਰਕਿੰਗ ਗੁਰੂ ਘਰ ਹੈ, ਤਕਰੀਬਨ 40 ਤੋਂ 50 ਪਿੰਡਾਂ ਦੀ ਜੋ ਇੱਥੇ ਆਬਾਦੀ ਹੈ, ਇੱਥੇ ਤਕਰੀਬਨ ਮਿਲੀਅਨ ਪੀਪਲ ਜਿਹੜੇ ਹੈਗੇ ਆ ਨਤਮਸਤਕ ਹੁੰਦੇ ਆ ਗੁਰੂ ਘਰਾਂ ਦੇ ਵਿੱਚ। ਉਹਨਾਂ ਦੀ ਆਵਾਜ਼ ਅੱਜ ਇੱਥੇ ਅੰਦੋਲਨ ਵਾਸਤੇ ਜੋ ਵੀ ਇੱਥੇ ਗੱਲਬਾਤ ਕਰਾਂਗੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਲਿੰਬਰ ਸਿੰਘ ਲਹਿਲ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਭੈਣਾਂ ਉਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਹਨ, ਉਹਨਾਂ ਨੂੰ ਦਾਸ ਪ੍ਰਬੰਧ ਵੱਲੋਂ ਤੇ ਬਾਰਕਿੰਗ ਐਂਡ ਸੈਵਨ ਕਿੰਗ ਦੀ ਸੰਗਤ ਦੇ ਬਿਹਾਫ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਆਵਾਗਾਉਣ ਦੇ ਚੱਕਰ ਤੋਂ ਬਚਾਉਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਦਾਸ ਐਜ ਏ ਸਿੱਖ ਹੁੰਦਾ ਹੋਇਆ ਸਾਨੂੰ ਬੜਾ ਮਾਣ ਹੈ ਜੋ ਕੁਝ ਸਾਡੇ ਸਿੱਖ ਭਰਾ ਕਰ ਰਹੇ ਹਨ। ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸੇਵਾ ਹੋ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹੈ। ਦਾਸ ਕੁਝ ਗੱਲਾਂ ਕੁਝ ਮੀਡੀਆ ਵਾਲਿਆਂ ਨੇ ਜੋ ਲਿਖੀਆਂ ਜਾਂ ਗੌਰਮੈਂਟ ਨੂੰ ਵੀ ਦੱਸਣਾ ਚਾਹੁੰਦਾ ਹੈ ਵੀ ਇਹ ਜੋ ਸਿੱਖ ਧਰਮ ਹੈ, ਗੁਰੂ ਨਾਨਕ ਦੇਵ ਦਾ ਜੋ ਮਿਸ਼ਨ ਹੈ ਉਹ ਸਰਬੱਤ ਸਾਂਝਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹਦੇ ਵਿੱਚ ਕੋਈ ਇਹ ਨਹੀਂ ਅਸੀਂ ਦੇਖਦੇ ਕਿ ਇਹ ਹਿੰਦੂ ਆ, ਮੁਸਲਮਾਨ ਆ, ਸਿੱਖ ਆ ਜਾਂ ਈਸਾਈ ਆ। ਜਿੱਥੇ ਵੀ ਕਿਤੇ ਡਿਜ਼ਾਸਟਰ ਹੁੰਦੇ ਆ ਉਹਦੇ ਵਿੱਚ ਅਸੀਂ ਯੋਗਦਾਨ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, on behalf of Singh Sabha Londonese Independent Building Committee, who are responsible for here the building project at Singh Sabha Barking behind us, £10 million plus, and the project at Singh Sabha Seven Kings. We are a team of property professionals, legal professionals, building professionals who have independently been chosen by the management committee here to oversee the both major projects. Today we have got together here to show you the viewers of our support to the Kisan rally in Delhi, as we have all seen in the media. Today we are going to be taking you to some of the leading businesses, leaders in our community, and hopefully show you what here at Singh Sabha Londonese we are doing to support the rally. ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਨੂੰ ਪ੍ਰੋਗਰਾਮ ਦਊਂਗੇ ਸਪੈਸ਼ਲੀ ਸਾਡੇ ਕਿਸਾਨਾਂ ਦੀ ਸਪੋਰਟ ਲਈ। ਅਸੀਂ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਤੇ ਸੈਵਨ ਕਿੰਗਸ ਗੁਰਦੁਆਰੇ ਵੱਲੋਂ ਇਹ ਸਾਡੇ ਇਲਾਕੇ ਦੀ ਆਵਾਜ਼ ਆ। ਜਿਹੜੇ 50 ਪਿੰਡਾਂ, ਜਿੱਦਾਂ ਮੇਰੇ ਵੀਰ ਨੇ ਪਹਿਲਾਂ ਦੱਸਿਆ, ਘੱਟੋ ਘੱਟ 50 ਪਿੰਡਾਂ ਦੀ ਆਵਾਜ਼ ਆ ਜਿਸ ਮਿਲੀਅਨ ਪਲੱਸ ਬੰਦਾ ਰਹਿੰਦਾ ਆ। ਐਂਡ ਦਿਸ ਇਜ਼ ਨਾਟ ਜਸਟ ਦ ਵੋਇਸ ਆਫ ਸਿੱਖਸ, ਇਟਸ ਗੋਇੰ ਟੂ ਬੀ ਦ ਵੋਇਸ ਆਫ ਪੰਜਾਬੀਜ਼, ਕ੍ਰਿਸਚੀਅਨਸ, ਮੁਸਲਿਮਸ ਐਂਡ ਸਿੱਖਸ ਆਲ ਓਵਰ ਈਸਟ ਲੰਡਨ। ਸਾਡੇ ਬਜ਼ੁਰਗਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬ੍ਰਦਰਸ, last 3 months been sleeping on the streets of India, over a month in Delhi. We haven't been sleeping here in our beds either. It's the biggest nightmare for us here in England. My father witnessed the partition when we had Indian independence. ਉਹ ਇੰਡੀਆ ਦਾ ਇੰਡੀਪੈਂਡੈਂਸ ਸੀ, ਪੰਜਾਬ ਦਾ ਨਹੀਂ ਸੀ। ਉਦੋਂ ਵੀ ਪੰਜਾਬ ਨੂੰ ਗੱਬਿਓਂ ਲਕੀਰ ਪਾ ਕੇ ਵੰਡਿਆ ਗਿਆ ਸੀ। My father remembers that. ਉਸ ਤੋਂ ਬਾਅਦ 1984 ਦੀਆਂ ਸਾਨੂੰ ਇਹ ਯਾਦਾਂ ਭੁੱਲੀਆਂ ਨਹੀਂ। And this is even worse. Modi ji, this is a direct message to you. We are supporting 101% the Morcha of the Kisans of India, because now this is not just a Sikh issue, it's not just the farmers of Punjab issue, it's a national issue for the workforce of India and the farmers of India, who are 99% of the population feeding India. ਇਹ 99% ਪੋਪੂਲੇਸ਼ਨ ਦੇ ਵੋਟਾਂ ਨਾਲ ਤੁਸੀਂ ਬਣੇ ਸੀਗੇ। ਜਿਹੜੀ 1% ਤੁਹਾਡੇ ਅਰਾਨੀ ਦਾ ਬਾਂਡੀ, ਜਿਹੜੇ ਨਾਮ ਮੈਨੂੰ ਨਹੀਂ ਪਤਾ ਉਹਨਾਂ ਦਾ, 1% ਬਿਲੀਅਨੇਅਰਸ ਆ, ਉਹਨਾਂ ਦੇ ਵੋਟਾਂ ਨਾਲ ਨਹੀਂ ਬਣੇ ਸੀਗੇ, ਨਾ ਉਹਨਾਂ ਦੇ ਪੈਸੇ ਦੇ ਜ਼ੋਰ ਨਾਲ ਬਣੇ ਸੀਗੇ। ਤੁਸੀਂ ਬਣੇ ਸੀਗੇ 99% ਆਫ ਦ ਪੋਪੂਲੇਸ਼ਨ ਆਫ ਇੰਡੀਆ। ਪਲੀਜ਼ ਲਿਸਨ ਟੂ ਯੋਰ ਪੀਪਲ। ਇਹ ਤੁਹਾਡੇ ਲੋਕ ਆ, ਤੁਹਾਡੀ ਜਨਤਾ ਆ। ਦੇ ਆਰ ਯੋਰ ਪੀਪਲ। ਪਲੀਜ਼ ਡੋਂਟ ਲੈਟ them suffer anymore.
We haven't been sleeping here in England for the last 3 months, and we won't be sitting at home quietly. ਜਿੰਨਾ ਸਾਡਾ ਜ਼ੋਰ ਹੈ ਅਸੀਂ ਲਾਉਂਗੇ, whether it's politically, financially. ਅੱਜ ਤੁਹਾਨੂੰ ਦਿਖਾ ਰਹੇ ਹਾਂ ਈਸਟ ਲੰਡਨ 'ਚ ਕੀ ਹੋ ਰਿਹਾ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਹੀ ਅਸੀਂ ਇੱਥੇ ਇਕੱਠੇ ਹੋ ਰਹੇ ਹਾਂ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵਰਲਡ ਵਾਈਡ ਦੁਨੀਆ ਵਿੱਚ ਜੋ ਇੰਡੀਆ ਦੇ ਵਿੱਚ ਕਿਸਾਨ ਮੋਰਚਾ ਲੱਗਾ ਹੋਇਆ ਹੈ, ਮਜ਼ਦੂਰਾਂ ਦਾ ਜੋ ਵੀ ਕਾਂਡ ਹੋ ਰਿਹਾ ਹੈ ਉਹਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਦਿੱਲੀ ਵਿੱਚ ਜੋ ਕੁਝ ਹੋ ਰਿਹਾ ਹੈ। ਅਸੀਂ ਇੱਥੇ ਇੰਗਲੈਂਡ ਦੇ ਵਿੱਚ ਸਾਡੀ ਸਿੰਘ ਸਭਾ ਬਾਰਕਿੰਗ ਸਪੋਰਟਸ ਪ੍ਰਬੰਧਕ ਕਮੇਟੀ ਔਰ ਸਾਡੀ ਸਪੋਰਟਸ ਕਮੇਟੀ ਦੀ ਸਾਰਾ ਇਹ ਪ੍ਰਬੰਧ ਲਿਖਿਆ ਹੈ, ਆਰਗੇਨਾਈਜ਼ ਕੀਤਾ ਹੈ। ਅਸੀਂ ਵਰਲਡ ਵਾਈਡ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਔਰ ਸਾਰੇ ਇੰਗਲੈਂਡ ਵਾਸੀਆਂ ਵੱਲੋਂ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਸਾਰੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜਿਸ ਤਰ੍ਹਾਂ ਦੀ ਵੀ ਨੌਬਤ ਆਏਗੀ ਅਸੀਂ ਝੱਲਣ ਨੂੰ ਤਿਆਰ ਹਾਂ ਔਰ ਤੁਹਾਡੀ ਚੜ੍ਹਦੀ ਕਲਾ ਵਿੱਚ ਸਪੋਰਟ ਰਹੇਗੀ। ਸਿੰਘ ਸਭਾ ਬਾਰਕਿੰਗ ਸਪੋਰਟਸ ਪ੍ਰਬੰਧਕ ਕਮੇਟੀ ਔਰ ਸਾਡੀ ਯੂਥ ਕਮੇਟੀ ਵੱਲੋਂ ਇਹ ਸਾਰਾ ਖਰਚਾ ਪਾਣੀ ਆਪਣੇ ਕੋਲੋਂ ਕਰਕੇ ਇਹ ਬੱਚੇ ਬਹੁਤ ਹੀ ਸੇਵਾ ਕਰ ਰਹੇ ਨੇ ਔਰ ਅੱਜ ਵੀ ਇਹਨਾਂ ਦੇ ਹੀ ਬਦੌਲਤ ਅਸੀਂ ਇੱਥੇ ਇਕੱਠੇ ਹੋ ਰਹੇ ਹਾਂ। ਔਰ ਸਾਰੀ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ। ਸਾਰਾ ਇੰਗਲੈਂਡ, ਸਾਰਾ ਯੂਰਪ, ਸਾਰੀ ਦੁਨੀਆ ਤੁਹਾਡੇ ਨਾਲ ਖੜੀ ਹੈ। ਤੁਸੀਂ ਇਸੇ ਤਰ੍ਹਾਂ ਸੰਘਰਸ਼ ਨੂੰ ਜਾਰੀ ਰੱਖੋ ਔਰ ਚੜ੍ਹਦੀ ਕਲਾ 'ਚ ਰਹੋ। ਉਹ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੂਗਾ। ਇਹਨਾਂ ਹੀ ਲਫ਼ਜ਼ਾਂ ਨਾਲ ਮੈਂ ਆਪ ਜੀ ਨੂੰ ਫਤਿਹ ਬੁਲਾਉਂਦਾ ਹਾਂ। ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਪ੍ਰਧਾਨ ਹੁਣੀ ਦੱਸ ਦਿੱਤਾ ਤੁਹਾਨੂੰ, ਸਰਦਾਰ ਲੈਂਬਰ ਸਿੰਘ ਹੋਣਾ ਨੇ, ਕਿ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਜੋ ਆਪਣੇ ਕਿਸਾਨਾਂ ਨੇ ਦਿੱਲੀ ਮੋਰਚਾ, ਮਜ਼ਦੂਰਾਂ ਨੇ ਉੱਥੇ ਮੋਰਚਾ ਕੱਢਿਆ, ਉਹਦੇ ਬਾਰੇ ਦੱਸਣ ਦੀ ਵਾਲੀ ਲੋੜ ਨਹੀਂ। ਆਪਣੀ ਮੀਡੀਆ ਨੇ ਬਹੁਤ ਕੁਛ ਦੱਸ ਦਿੱਤਾ। NRI ਭਰਾਵਾਂ ਨੂੰ, ਜਿਹੜੇ NRI ਭਰਾ ਆ ਸਾਡੇ, ਇਹਨਾਂ ਨੇ ਬਹੁਤ ਹੀ ਮਦਦ ਕੀਤੀ, ਬਹੁਤ ਹੀ। ਇਹ ਇੱਕ ਦੌੜ ਹਾਲੇ ਥੋੜ੍ਹੀ ਲੰਬੀ ਲੱਗਦੀ ਆ। ਅਸੀਂ ਵੀ ਆਪਣੇ ਪਿੰਡੋਂ, ਮੈਂ ਜਸਵੀਰ ਸਿੰਘ ਢੇਸੀ, ਕਾਨਾ ਢੇਸੀਆਂ, ਅਸੀਂ ਘੱਟੋ ਘੱਟ ਦੋ ਟਰੱਕ ਉੱਥੋਂ ਭੇਜੇ ਆ ਆਪਣੇ NRI ਭਰਾਵਾਂ ਦੀ ਬਦੌਲਤ ਕਰਕੇ। ਇਹ ਹਰ ਪਿੰਡ ਹੀ ਕਰ ਰਿਹਾ। ਵੈਸੇ ਤਾਂ ਇਹ ਕੋਈ ਦੱਸਣ ਵਾਲੀ ਗੱਲ ਨਹੀਂ। ਹਰ ਪਿੰਡ ਹੀ ਜਿਹੜੇ NRI ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ, ਜਿੱਥੇ ਵੀ ਜਿਹੜੇ ਸਾਡੇ ਭਰਾ ਬਾਹਰ ਬੈਠੇ ਆ, ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਆ, ਤੁਸੀਂ ਫਿਕਰ ਕਰਨ ਦੀ ਲੋੜ ਨਹੀਂ। ਅਤੇ ਮੀਡੀਆ ਦੱਸ ਵੀ ਰਿਹਾ, ਉਹ ਆਪ ਵੀ ਦੱਸ ਰਿਹਾ ਕਿ ਸਾਨੂੰ ਬਹੁਤ ਮਦਦ ਆ ਰਹੀ ਆ ਅਤੇ ਹਾਲੇ ਆਪਾਂ ਨੂੰ ਇਹ ਲੋੜ ਪੈਣੀ ਆ। ਜਿਸ ਤਰ੍ਹਾਂ ਦੇ ਉਹਨਾਂ ਦੇ ਨਖਰੇ ਨੇ, ਆ ਪਿੱਛੇ ਜਾਂ ਤੁਸੀਂ ਸੁਣਿਆ ਸੀ ਹੁਣੇ ਗਿਆਨੀ ਅਤੇ ਆਪਣਾ ਇੱਕ ਗਰੇਵਾਲ, 45 ਮਿੰਟ ਦਾ ਉਹਨਾਂ ਨੂੰ ਸਮਾਂ ਮਿਲਿਆ ਸੀ ਪ੍ਰਧਾਨ ਮੰਤਰੀ ਦੇ ਨਾਲ, ਅਤੇ ਲੋਕਾਂ ਨੂੰ ਬੜੀ ਆਸ ਸੀ ਕਿ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਬਾਹਰ ਆਉਣਗੇ ਅਤੇ ਕੁਛ ਸਾਨੂੰ ਦੱਸਣਗੇ ਕਿ ਇਹ ਫੈਸਲਾ ਜਿਹੜਾ ਆ ਕਲੀਅਰ ਹੋ ਗਿਆ। ਪਰ ਉਹਨਾਂ ਨੇ, ਪੇ ਦੇ ਪੁੱਤਾਂ ਨੇ ਸਾਨੂੰ ਬੜੀ ਗੱਲ ਕਹਿੰਦੇ ਆ, ਸ਼ਰਮ ਆਉਂਦੀ ਆ। ਉਹਨਾਂ ਨੇ ਸਿਰਫ ਆ ਕੇ ਪਤਾ ਕੀ ਦੱਸਿਆ ਬਾਹਰ ਮੀਡੀਆ ਨੂੰ, ਕਿ ਸਾਡੇ ਤਾਂ ਜੀ 30 ਸਾਲ ਦੇ ਪੁਰਾਣੇ ਸੰਬੰਧ ਸੀ, ਅਸੀਂ ਤਾਂ ਜੋ ਗੱਲਾਂ ਗੁੱਲਾਂ ਪੁਰਾਣੀਆਂ ਕੀਤੀਆਂ ਅਤੇ ਅਸੀਂ ਬੜਾ ਨਜ਼ਾਰਾ ਲਿਆ ਆਸ ਵਿੱਚ ਹੀ ਮਿਲ ਕੇ, ਸਾਨੂੰ ਤਾਂ ਬਹੁਤ ਮਜ਼ਾ ਆਇਆ। ਉਹਨਾਂ ਦੇ ਪੇ ਦੇ ਪੁੱਤ, ਮੈਂ ਹੁਣ ਇਹ ਕਹੂੰਗਾ ਪੰਜਾਬ ਦੇ ਜਿਹੜੇ ਆਪਣੇ ਜਿੰਨੇ ਵੋਟਰ ਆ ਨਾ, ਕਿ ਹੁਣ ਸਮਾਂ ਆਉਣਾ ਬਹੁਤ ਵਧੀਆ ਕਿ ਤੁਹਾਡਾ ਵੀ ਐਕਸਪੀਰੀਅੰਸ ਹੋ ਗਿਆ ਅਤੇ ਤੁਸੀਂ ਹੁਣ ਵੋਟ ਜਿਹੜੀ ਹੈ ਨਾ ਬਹੁਤ ਸਮਝ ਕੇ ਪਾਉਣੀ ਆ। ਇਹ ਜਿਹੜੇ ਬੰਦੇ ਨਾ, ਇਹ ਤੁਹਾਡੇ ਹੁਣ ਕਿਸੇ ਕੰਮ ਦੇ ਨਹੀਂ ਹੈਗੇ। ਇਸ ਕਰਕੇ ਅਸੀਂ NRI ਭਰਾ ਤੁਹਾਡੇ ਨਾਲ ਆ। ਹੁਣ ਦੇਖੋ ਆ ਸਾਰੇ ਬੈਨਰ ਅਸੀਂ ਇੱਥੇ L for ਬਿਜ਼ਨਸਮੈਨ, ਆ ਤੁਸੀਂ ਦੇਖੋ ਜਿਸ ਤਰ੍ਹਾਂ ਅਸੀਂ ਇਹ ਬੈਨਰ ਲਾਏ ਆ, ਹਰੇਕ ਬਿਜ਼ਨਸਮੈਨ, ਹਰੇਕ ਸ਼ੌਪਾਂ 'ਤੇ, ਸਾਰੇ ਲੰਡਨ ਵਿੱਚ ਹੀ ਇਹ ਹੋ ਰਿਹਾ, ਅਸੀਂ ਦਿਖਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇੰਨਾ ਹੀ ਕੁਛ ਹੀ ਕਹਿਣਾ ਕਿ ਚੜ੍ਹਦਾ ਰਹੀਓ ਸੂਰਜਾ ਕਮੀਆਂ ਦੇ ਵਿਹੜੇ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਬੇਨਤੀ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅਸੀਂ ਇਹੀ ਹਰ ਵੇਲੇ ਉਹਨਾਂ ਦੇ ਨਾਲ ਖੜ੍ਹੇ ਹਾਂ ਔਰ ਖੜ੍ਹੇ ਰਹਾਂਗੇ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਬਲੌਗ ਦੇਖੋ ਜੀ, ਇਸ ਬਲੌਗ ਦੇ ਵਿੱਚ ਮੈਂ ਕਹਿੰਦਾ ਸਾਰੀ ਦੁਨੀਆ ਦੇ ਬਿਜ਼ਨਸਮੈਨ ਹੋਣੇ ਆ ਇੱਥੇ, ਹਰੇਕ ਮੁਲਕ ਤੋਂ, ਭਾਵੇਂ ਯੂਰੋਪੀਅਨ ਆ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਇੰਗਲੈਂਡ ਤਾਂ ਹੈ ਹੀ। ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਹਰੇਕ ਧਰਮ, ਹਰੇਕ ਨੈਸ਼ਨੈਲਿਟੀ ਇਸ ਬਲੌਗ ਦੇ ਵਿੱਚ ਰਿਪਰੈਜ਼ੈਂਟ ਹੋ ਰਹੀ ਆ। ਅਤੇ ਇਹਨੇ ਬੜੇ ਮਾਣ ਦੇ ਨਾਲ ਆਹ ਮੋਰੇ ਪੋਸਟਰ ਲਾਏ ਆ, ਸਿੰਘ ਸਭਾ ਲੰਡਨ ਈਸਟ ਯੂਥ ਕਬੱਡੀ ਕਲੱਬ ਸਪੋਰਟ ਇੰਡੀਅਨ ਫਾਰਮਰਸ। ਇਹ ਵੀ ਤੁਹਾਨੂੰ ਮੈਂ ਟੱਚ ਕਰਕੇ ਦੱਸਦਾ ਮਾੜਾ ਜਿਹਾ ਕਾਹਦੇ ਬਣਾਏ ਸੀਗੇ। ਸਿੰਘ ਸਭਾ ਲੰਡਨ ਈਸਟ ਹੈਗਾ ਗੁਰਦੁਆਰੇ ਦੀ ਆਵਾਜ਼, ਜਿਹਦੇ ਵਿੱਚ ਮਿਲੀਅਨ
ਲੋਕਾਂ ਦੀ ਆਵਾਜ਼ ਆ ਇੱਥੇ ਈਸਟ ਲੰਡਨ ਦੀ, ਤੇ ਉਹਦੇ ਨਾਲ ਹੀ ਯੂਥ ਕਬੱਡੀ ਕਲੱਬ, ਇਹ ਰਿਪਰੈਜ਼ੈਂਟੇਸ਼ਨ ਹੈਗੀ ਹੈ ਸਾਰੀ ਯੂਥ ਦੀ। ਇਹ ਤਾਂ ਮੈਡਲ ਬਣਾਏ ਦਿਖਾ ਲੈਣ ਕਿ ਜਿੱਥੇ ਸਾਡੇ ਸੀਨੀਅਰ ਖੜੇ ਆ ਉਹਦੇ ਨਾਲ ਯੂਥ ਵੀ ਖੜਾ ਆ, ਤੇ ਨਾਲੋਂ ਨਾਲ ਜਿੰਨੇ ਵੀ ਬਿਜ਼ਨਸਮੈਨ ਹੈ ਲੰਡਨ ਦੇ ਉਹ ਨਾਲ ਖੜੇ ਆ। ਹਾਂਜੀ ਆਹ ਦੇਖੋ ਜੀ, ਈਸਟ ਲੰਡਨ ਬੋਲਦਾ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ। ਦੇਖ ਲਓ ਆਲੇ ਦੁਆਲੇ ਜਿੱਧਰ ਮਰਜ਼ੀ ਦੇਖ ਲਓ, ਸਾਰਿਆਂ ਲੋਕਾਂ ਨੇ, ਸਾਰੇ ਬਿਜ਼ਨਸਮੈਨਾਂ ਨੇ ਬੜੇ ਖੁਸ਼ ਹੋ ਕੇ ਮਾਣ ਦੇ ਨਾਲ ਆਹ ਪੋਸਟਰ ਲਾਏ ਸਾਰੇ ਪਾਸੇ, ਸਿੰਘ ਸਭਾ ਲੰਡਨ ਈਸਟ ਯੂਥ ਕਬੱਡੀ ਕਲੱਬ ਸਪੋਰਟ ਇੰਡੀਅਨ ਫਾਰਮਰਸ, ਕਿਸਾਨਾਂ ਦੇ ਹੱਕ ਦੇ ਵਿੱਚ। ਉਹ ਸਾਨੂੰ ਵਾਰਨਿੰਗਾਂ ਆਉਂਦੀਆਂ ਸੀ ਇਹ ਕੰਮ ਛੱਡ ਦਿਓ, ਇਹ ਲੰਡਨ ਦੀ ਜਿਹੜੀ ਰੈਲੀ ਕੱਢੀ ਨਾ ਕੱਢੋ, ਇਹ ਬੰਦ ਕਰ ਦਿਓ। ਕਹਿੰਦੇ ਤੁਹਾਡੇ ਪਰਿਵਾਰ ਦਾ, ਤੁਹਾਡਾ ਸਾਰਿਆਂ ਦਾ ਬਲੈਕ ਲਿਸਟ ਨਾਂ ਆ ਜਾਣਾ। ਆਹ ਦੇਖੋ ਜੀ, ਲਾਓ ਸਾਡਾ ਨਾਮ ਬਲੈਕ ਲਿਸਟ ਤੇ ਜੀ। ਹੁਣ ਅਸੀਂ ਇਲਫਲੈਂਡ ਦੇ ਸਾਹਮਣੇ ਖੜੇ ਹਾਂ ਤੇ ਸਾਰਿਆਂ ਭਰਾਵਾਂ ਤੇ ਇਹ ਨਹੀਂ ਹੈਗਾ ਕਿ ਅਸੀਂ ਕਿਹਨੂੰ ਕਹਿਣਾ ਹੈ ਕਿਹਨੂੰ ਨਹੀਂ ਕਹਿਣਾ ਹੈ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਕੋਈ ਵੀ ਹੋਵੇ। ਇਨਸਾਨੀਅਤ ਦੀ ਜਿਹੜੀ ਹਮਦਰਦੀ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ। ਇਨਸਾਨ ਜਿਹੜਾ ਹੈ ਉਹ ਇਨਸਾਨ ਦੀ ਹਮਦਰਦੀ ਕਰਦਾ ਹੈਗਾ। ਤਾਂ ਹੁਣ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ, ਇਹ ਅਸੀਂ ਆਪਣਿਆਂ ਭਰਾਵਾਂ, ਆਪਣਿਆਂ ਬਜ਼ੁਰਗਾਂ ਜਿਹੜੇ ਅੱਜ ਦਿੱਲੀ ਦੇ ਵਿੱਚ ਬੈਠੇ ਆ ਇੰਨੀ ਦੇਰ ਤੋਂ ਪਹਿਲੇ, ਜਿਨ੍ਹਾਂ ਨੂੰ ਸਾਰੀ ਮੀਡੀਆ ਨੂੰ ਜਾਣ ਚੁੱਕੀ ਹੋਗੀ, ਜਿਨ੍ਹਾਂ ਨੂੰ ਨਹੀਂ ਪਤਾ ਉਹ ਹੁਣ ਸੁਣ ਲਓ ਕਿ ਉੱਥੇ ਬੈਠੇ ਹੈ ਤੇ ਸਰਕਾਰ ਕੋਲੋਂ ਉਹ ਆਪਣਾ ਹੱਕ ਮੰਗ ਰਿਹਾ। ਉਹ ਆਪਣੇ ਪਿਓ ਦਾਦੇ ਦੀ ਜਿਹੜੀ ਜਾਇਦਾਦ ਬੈਠੇ ਆ ਜਿੱਥੇ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਜਿਹੜੀ ਜ਼ਮੀਨ ਹੁੰਦੀ ਆ ਇਹ ਜ਼ਮੀਨ ਨਹੀਂ ਹੁੰਦੀ, ਇਹ ਹਰ ਪੰਜਾਬੀਆਂ ਦੀ ਔਰ ਹਰ ਬੰਦਿਆਂ ਦੀ ਮਾਂ ਹੁੰਦੀ ਆ। ਔਰ ਜਿਹੜੇ ਬੰਦੇ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਉਹਨਾਂ ਦਾ ਕੀ ਹਾਲ ਹੁੰਦਾ ਤੁਹਾਨੂੰ ਪਤਾ ਹੈ। ਤੇ ਹੁਣ ਸਾਨੂੰ ਆਪਣੀ ਮਾਂ ਦੇ ਨਾਲ ਪਿਆਰ ਕਰਨਾ ਚਾਹੀਦਾ। ਜਿਹੜੀ ਧਰਤੀ ਹੁੰਦੀ ਆ ਉਹ ਮਾਂ ਹੁੰਦੀ ਹੈ। ਔਰ ਸਾਡੇ ਜਿੰਨੇ ਬੰਦੇ ਬੈਠੇ ਆ ਉੱਥੇ ਤੇ ਜਿੰਨੇ ਬੰਦੇ ਮੈਨੂੰ ਸੁਣਦੇ ਆ, ਮੈਂ ਸਾਰਿਆਂ ਇਨਸਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹੁਣ ਆਪਣਾ ਕੰਮ ਥੋੜ੍ਹਾ ਜਿਹਾ ਅਗਰ ਛੱਡ ਵੀ ਦਿਓਗੇ ਤਾਂ ਉੱਦਾਂ ਵੀ ਲੋਕਡਾਊਨ ਹੈ, ਘਰ ਬੈਠੇ ਟੀਵੀ ਤੱਕਣਾ, ਤੁਸੀਂ ਟੀਵੀ ਨੂੰ ਛੱਡੋ ਤੇ ਇੰਡੀਆ ਤੇ ਬੈਠੇ ਆ ਦਿੱਲੀ, ਤੁਸੀਂ ਪ੍ਰੋਗਰਾਮ ਦੇਖੋ ਉਹਨਾਂ ਦੇ। ਅਸੀਂ ਇਹ ਆਪਣੇ ਮੁੰਡੇ ਆ, ਭਰਾ ਸੁਖਬੀਰ ਸਿੰਘ ਬੈਸੀ, ਮਨਦੀਪ ਤੇ ਸਾਰੇ ਜਿਹੜਾ ਬਹੁਤ ਚੰਗਾ ਕੰਮ ਕਰ ਰਹੇ ਆ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਹੁਣ ਆਪਣੀ ਮਾਂ ਦੀ ਸਪੋਰਟ ਕਰੋ। ਮਾਂ ਦਾ ਮਤਲਬ ਕਿ ਜ਼ਮੀਨ ਜਿਹੜੀ ਹੁੰਦੀ ਹੈ, ਆਪਣੀ ਧਰਤੀ ਜਿਹੜੀ ਹੁੰਦੀ ਹੈ, ਇਹ ਆਪਣੀ ਸਾਡੀ ਮਾਂ ਹੁੰਦੀ ਹੈ। ਤੇ ਕਿਸਾਨ ਆਫ ਇੰਡੀਆ ਜ਼ਿੰਦਾਬਾਦ। ਤਾਂ ਅਸੀਂ ਹੁਣ ਵੀ, ਫਿਰ ਵੀ, ਅੱਗੇ ਵੀ, ਪਹਿਲੇ ਵੀ ਸਾਰੇ ਜਣੇ ਇਹਨਾਂ ਦੇ ਨਾਲ ਆ। ਅੱਗੇ ਵੀ ਸਾਰਿਆਂ ਨੂੰ ਬੇਨਤੀ ਕਰਦੇ ਕਿ ਤੁਸੀਂ ਵੀ ਇੱਦਾਂ ਹੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਾਮ ਸਿੰਘ ਸੰਧੂ ਪੰਜਾਬੀ ਸੈਂਟਰ ਦੇ ਪ੍ਰਧਾਨ ਦਾ ਮਾਣ ਮੈਨੂੰ ਮਿਲਿਆ ਸੇਵਾ ਕਰਨ ਲਈ ਦਿੱਤਾ ਸੰਗਤ ਨੇ। ਇਹ ਪੰਜਾਬੀ ਸੈਂਟਰ ਲੰਡਨ ਵਿੱਚ ਹੈ, ਜਿਹੜਾ 35 ਸਾਲ ਪਹਿਲਾਂ ਐਸਟੈਬਲਿਸ਼ ਹੋਇਆ ਸੀ ਤੇ ਹਜ਼ਾਰਾਂ ਲੋਕ ਇੱਥੇ ਮੈਂਬਰ ਆ। ਇਹਨੂੰ ਵਰਤਿਆ ਜਾਂਦਾ, ਬਹੁਤ ਵੱਡਾ ਆਰਗੇਨਾਈਜੇਸ਼ਨ ਹੈ ਲੰਡਨ ਦੇ ਵਿੱਚ ਇਹ। ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਆਪਣੇ ਪੰਜਾਬੀ ਭੈਣਾਂ ਭਾਈਆਂ ਨੂੰ, ਮਜ਼ਦੂਰਾਂ ਨੂੰ, ਛੋਟੇ ਬਿਜ਼ਨਸ ਦੀ ਮਦਦ ਦੇ ਲਈ, ਉਹਨਾਂ ਦੀ ਸਪੋਰਟ ਦੇ ਲਈ ਇਕੱਠੇ ਹੋ ਕੇ ਹਾਦਾ ਨਾਰਾ ਮਾਰਨ ਲਈ। ਹਾਦਾ ਨਾਰਾ ਮਾਰਨ ਲਈ ਨਹੀਂ, ਅਸੀਂ ਤਨੋਂ ਮਨੋਂ ਧਨੋਂ ਇਹਨਾਂ ਦੇ ਨਾਲ ਹਾਂ। ਕਿਸੇ ਕੀਮਤ ਤੇ ਵੀ ਇਹ ਮੋਰਚਾ ਜਿਹੜਾ ਇਹ ਫੇਲ ਹੋਣ ਨਹੀਂ ਦਿੱਤਾ ਜਾਊਗਾ। ਅਸੀਂ ਬੜੇ ਪਰੇਸ਼ਾਨ ਹਾਂ ਇਹ ਸੈਂਟਰ ਗਵਰਨਮੈਂਟ ਤੇ ਮੋਦੀ ਸਰਕਾਰ ਦੇ ਉੱਤੇ, ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਮੁਲਕ ਲਟਾਉਣ ਲਈ ਤਤਿਆਰਿਆ। ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਮਜ਼ਦੂਰਾਂ ਨੇ, ਜਿਨ੍ਹਾਂ ਕਿਸਾਨਾਂ ਨੇ ਇਸ ਮੁਲਕ ਦਾ ਢਿੱਡ ਭਰਿਆ ਔਰ ਅੱਜ ਵੀ ਢਿੱਡ ਭਰਦੇ ਆ, ਉਹਨਾਂ ਨੂੰ ਇਹ ਕੰਗਾਲ ਬਣਾਉਣ ਲਈ ਤਿਆਰ ਆ। ਔਰ ਇਹ ਮੋਦੀ ਸਾਹਿਬ ਨੂੰ ਬੇਨਤੀ ਆ ਕਿ ਮੋਦੀ ਸਾਹਿਬ ਜੀ, ਸਾਰੀ ਦੁਨੀਆ ਦੇਖ ਰਹੀ ਤੁਸੀਂ ਕੀ ਕਰ ਰਹੇ ਆ। ਇਹ ਜਿਹੜੀ ਤੁਹਾਡੀ ਪਾਲਿਸੀ ਆ ਕੰਟੈਕਟ ਫਾਰਮਿੰਗ ਤੇ ਜਿਹੜੇ ਤੁਹਾਡੇ 3 ਆਰਡੀਨੈਂਸ ਆ, ਇਹ ਬਹੁਤ ਪੁਰਾਣੀ ਸਟੋਰੀ ਅਮਰੀਕਾ ਤੋਂ ਚੱਲੀ ਸੀ, ਜਿੱਥੇ ਸਾਰੇ ਕਿਸਾਨ ਉਹਨਾਂ ਨੇ ਕਰਜ਼ਾਈ ਕਰ ਦਿੱਤੇ ਔਰ ਕਾਰਪੋਰੇਟਾਂ ਦੇ ਉਹ ਨੌਕਰ ਬਣ ਕੇ ਰਹਿ ਗਏ। ਅੱਜ ਤੁਸੀਂ ਉਹੋ ਹੀ ਆਪਣੇ ਥੋੜੇ ਮਿੱਤਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਇਹ ਮੁਲਕ ਨੂੰ ਵੇਚਣਾ ਚਾਹੁੰਦੇ ਆ। ਇਹ ਬਿਲਕੁਲ ਹੋਣ ਨਹੀਂ ਦਿੱਤਾ ਜਾਊਗਾ। ਔਰ ਇਹ ਕਿਸਾਨਾਂ ਦੀ ਜੋ ਜਦੋਜਹਿਦ ਹੈ, ਇਹ ਮੋਰਚਾ ਫਤਿਹ ਕੀਤੇ ਤੋਂ ਬਿਨਾਂ ਕਿਸਾਨ ਕਦੇ ਘਰ ਮੁੜਨਗੇ ਨਹੀਂ ਤੇ ਨਾ ਹੀ ਇਹਨਾਂ ਦਾ ਥੱਲਾ ਲੱਗਣ ਦਿੱਤਾ ਜਾਊਗਾ। ਨਾ ਪੰਜਾਬ ਹਰਿਆਣਾ ਦੇ ਵਿੱਚ ਕਿਤੇ ਕਾਰਪੋਰੇਟਾਂ ਨੂੰ ਪੈਰ ਰੱਖਣ ਦਿੱਤੇ ਜਾਣਗੇ। ਮੋਦੀ ਸਾਹਿਬ, ਜਿੰਨੇ ਤੁਸੀਂ ਕਰਜ਼ੇ ਕਾਰਪੋਰੇਟ ਘਰਾਣਿਆਂ ਦੇ ਮਾਫ ਕੀਤੇ, ਜੇ ਕਿਸਾਨ ਮਜ਼ਦੂਰਾਂ ਦੀ ਕਿਤੇ ਇੰਨੀ ਮਦਦ ਕਰ ਦਿੰਦੇ
ਤਾਂ ਕਿਤੇ ਮੁਲਕ ਦੀ ਸ਼ਕਲ ਬਦਲ ਜਾਂਦੀ। ਅੱਜ ਸਾਡਾ ਮੁਲਕ ਜਿਹੜਾ ਦੁਨੀਆ ਤੇ ਜਾਣਿਆ ਜਾਂਦਾ ਸੀ ਇੱਕ ਡੈਮੋਕ੍ਰੇਸੀ ਲਈ, ਤੁਸੀਂ ਉਸ ਡੈਮੋਕ੍ਰੇਸੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਜਿਸ ਤਰ੍ਹਾਂ ਤੁਸੀਂ ਰਾਜ ਸਭਾ ਦੇ ਵਿੱਚ ਮਤੇ ਪਾਸ ਕੀਤੇ। ਔਰ ਇਹ ਕਾਲੇ ਕਾਨੂੰਨ ਬਿਲਕੁਲ ਆਪ ਜੀ ਨੂੰ ਬੇਨਤੀ ਆ ਵਾਪਸ ਲੈ ਲਓ, ਤੁਹਾਨੂੰ ਲੈਣੇ ਹੀ ਪੈਣਗੇ। ਅੱਜ ਲੈ ਲਓ ਜਾਂ ਕੱਲ ਲੈ ਲਓ। ਤੁਸੀਂ ਟਰੰਪ ਵਰਗਿਆਂ ਨੂੰ ਇੱਕ ਬੰਦਾ ਮਰ ਗਿਆ, 2 ਬੰਦੇ ਮਰ ਗਏ ਟਵੀਟ ਭੇਜ ਰਹੇ ਆ, ਲੇਕਿਨ ਕਿਸਾਨ ਹਰ ਰੋਜ਼ ਮਰ ਰਹੇ ਆ ਔਰ ਤੁਹਾਡੇ ਕੰਨ ਤੇ ਜੂੰ ਨਹੀਂ ਸਰਕਦੀ। ਬੇਨਤੀ ਹੈ ਕਿ ਇਹ ਕਾਨੂੰਨ ਵਾਪਸ ਲਓ ਤਾਂ ਕਿ ਕਿਸਾਨ ਆਪੋ ਆਪਣੇ ਘਰਾਂ ਦੇ ਵਿੱਚ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ। ਦਾਸ ਸ਼ਪਾਲ ਸਿੰਘ ਪਵਾਰ, ਸਾਬਕਾ ਪ੍ਰਧਾਨ ਪੰਜਾਬੀ ਸੈਂਟਰ, ਜੋ ਅਸੀਂ ਇਸ ਵੇਲੇ ਇੱਥੇ ਇਕੱਠੇ ਹੋਏ ਹਾਂ, ਅਸੀਂ ਕਿਸਾਨਾਂ ਦੇ ਹੱਕ ਵਿੱਚ ਇਕੱਠੇ ਹੋਏ ਹਾਂ। ਅਸੀਂ ਚਾਹੁੰਦੇ ਹਾਂ ਕੈਪਟਨ ਸਾਹਿਬ ਤੁਸੀਂ ਪੂਰਾ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਕਿਸਾਨ ਜਿਹੜੇ ਆ ਆਪਣੇ ਪੰਜਾਬ ਦੇ ਕਿਸਾਨ ਆ, ਹਰਿਆਣੇ ਦੇ ਕਿਸਾਨ ਆ, ਉਹਨਾਂ ਦਾ ਪੂਰਾ ਸਾਥ ਦਿਓ। ਅਸੀਂ ਤੁਹਾਡੇ 'ਤੇ ਬਹੁਤ ਉਮੀਦ ਰੱਖਦੇ ਹਾਂ। ਅਤੇ ਦੂਸਰੀ ਇਹ ਗੱਲ ਹੈ ਕਿ ਜੋ ਤੁਸੀਂ ਸਕੂਲ ਖੋਲ੍ਹੇ ਹਨ, ਕਿਉਂਕਿ ਇਸ ਵੇਲੇ ਪੰਜਾਬ ਦੇ ਸਾਰੇ ਕਿਸਾਨ ਜਾ ਕੇ ਬੈਠੇ ਨੇ ਦਿੱਲੀ ਬਾਰਡਰ 'ਤੇ, ਤੁਸੀਂ ਸਕੂਲ ਖੋਲ੍ਹ ਦਿੱਤੇ ਹਨ। ਇਹ ਨਾਲ ਸੰਘਰਸ਼ ਜਿਹੜਾ ਉਹ ਮੱਠਾ ਪੈ ਸਕਦਾ ਹੈ, ਕਿਉਂਕਿ ਹਰ ਇੱਕ ਦੇ ਬੱਚੇ ਪਿਆਰੇ ਹਨ ਅਤੇ ਇਸ ਕਰਕੇ ਉਹ ਉਸ ਵੇਲੇ ਦਿੱਲੀ ਬਾਰਡਰ 'ਤੇ ਗਏ ਹੋਏ ਹਨ। ਤੁਸੀਂ ਮਿਹਰਬਾਨੀ ਕਰਕੇ ਜਿਹੜੇ ਸਕੂਲ ਜਿਹੜੇ ਆ ਉਹ ਹਾਲੇ ਨਾ ਖੋਲ੍ਹੋ। ਇੱਕ ਤਾਂ ਮਹਾਂਮਾਰੀ ਦਾ ਬਹੁਤ ਜ਼ਿਆਦਾ ਬਿਮਾਰੀ ਹੈ, ਦੂਜੇ ਪਾਸੇ ਇਹ ਹੈ ਕਿ ਕਿਸਾਨਾਂ ਨੂੰ ਹੌਸਲਾ ਚਾਹੀਦਾ ਹੈ। ਉਹ ਆਪਣੇ ਉਸ ਜਿੱਥੇ ਅੜੇ ਹੋਏ ਹਨ ਉਹ ਇੱਕ ਕਾਨੂੰਨ ਜਿਹੜੇ ਵਾਪਸ ਬਣਾ ਕੇ ਵਾਪਸ ਕਰ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਕਿ ਕੈਪਟਨ ਸਾਹਿਬ ਪੰਜਾਬ ਦਾ ਕੁਛ ਭਵਿੱਖ ਸੋਚੋ, ਆਪਣੀਆਂ ਚੌਧਰਾਂ ਸੋਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਹੂੰ ਗੁਰਪਾਲ ਸਿੰਘ ਉੱਪਲ, UK ਦਾ ਇੱਕ ਇਮੀਗ੍ਰੇਸ਼ਨ ਵਕੀਲ। I've got a small message for Narendra Modi, the Prime Minister of India. First of all, a big thank you for bringing the farming community of India together, irrespective of class, irrespective of religion or wealth. However, what I do have an issue, as do so many other farmers of India and maybe NRIs around the world, is the manner in which you've done so. You've rushed through ordinances on 3 farming acts and amendments, which you believe was for the betterment of farmers across India. And as a UK lawyer, if I read the act maybe on paper, I would also agree that maybe this would better farmers, make them more wealthier. However, what you failed to do was to consider the sentiments of farmers. You call this a pro-farmer act. You turn around and say that farmers don't properly understand this. You've also rushed it through without any consideration, any consultation, without a select committee, on a vote, with limited peoples of the House. What's now happened is people are protesting. They've come out on the streets of Punjab, on the streets of Haryana, Rajasthan. They've come up to the doorsteps of Delhi to protest. As a Prime Minister, surely it's your duty to listen. We have a system in Punjab and Haryana, an APM system, that works, that provides thousands of jobs across the mandi system, from accountants to bookkeepers to farmers to labourers, a system that works. Your system has been tried and tested in Bihar. It hasn't worked as well. Maybe it's time now, if you believe in your people, is to listen to those people gathered at the streets of Haryana, from Rajasthan, from UP, from Punjab. Listen to them. That's all that NRIs around the world want to do. The eyes of the world are upon you, Narendra Modi. Waheguru Ji Ka Khalsa, Waheguru Ji Ki Fateh. Sangat Ji, you've all seen the immense support by the London businesses, London Sikh Sanstars like the Punjabi Centre, the Gurdwara Sahib and many others. We've all seen what they're all doing together collectively in supporting the Kisan Morcha in India, Delhi. I think it's very important to also add what our Supreme Sikh Council UK have been doing in the last few weeks in order to keep the pressure onto the British government. They have written to all 450 Gurdwara Sahibs, members of the Supreme Council, and urged them to put pressure onto their MPs, sent them template letters for them to send out. Those Gurdwara Sahibs who have not yet written to their MPs, we urge you to please follow the instructions and write to your MPs, your local MPs, and put pressure on the UK government to put pressure on India and Modi Sahib to do the right thing. It's also very important, and I'd like to thank our Sikh MP Dhanmanjit Singh Desi, who has started this lobby in Parliament, has gained the support of over 100 plus cross-party MPs, have signed a letter of petition to our Boris Johnson,
and he's pushing very hard in support of our Kisan brothers and sisters. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਅਸੀਂ ਜਾ ਰਹੇ ਹਾਂ ਸਾਡੇ ਲੰਡਨ ਦੀ ਸਿੱਖ ਵੈਲਫੇਅਰ ਸੁਸਾਇਟੀ। ਇਹ ਸਿੱਖ ਵੈਲਫੇਅਰ ਸੁਸਾਇਟੀ ਜਿਹੜੇ ਲੰਡਨ ਦੇ ਪ੍ਰੋਮੀਨੈਂਟ ਬਿਜ਼ਨਸਮੈਨ ਆ, ਇਹਨਾਂ ਇਕੱਠੇ ਹੋ ਕੇ ਹਰੇਕ ਸਾਲ ਕੋਲੋਂ ਪੈਸਾ ਖਰਚਦੇ ਆ ਅਪ ਟੂ £100,000 a year ਔਨ ਚੈਰਿਟੀਜ਼। ਇਹ ਚੈਰਿਟੀਜ਼ ਇਕੱਲੀਆਂ ਇੰਗਲੈਂਡ ਜਾਂ ਸਿੱਖਾਂ ਦੀਆਂ ਨਹੀਂ, ਇਹ ਚੈਰਿਟੀਜ਼ ਇੰਡੀਆ, ਪੰਜਾਬ, ਓਵਰ ਅਰਾਊਂਡ ਦ ਵਰਲਡ ਜਿੱਥੇ ਲੋੜ ਪੈਂਦੀ ਹੈ ਇਹ ਪਹੁੰਚਦੇ ਆ, ਆਪਣੀ ਜੇਬਾਂ 'ਚ ਪੈਸਾ ਖਰਚਦੇ ਆ। ਇਹਨਾਂ ਦੇ ਹੁਣ ਵਿਚਾਰ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵਿੰਦਰ ਸਿੰਘ ਸੰਧੂ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਬੋਲਦਾ ਹਾਂ, ਕਿਉਂਕਿ ਜਿਹੜਾ ਆ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਲਾਗੂ ਕੀਤੇ ਸਾਡੇ ਕਿਸਾਨਾਂ ਭਰਾਵਾਂ 'ਤੇ, ਇਹ ਮੋਦੀ ਸਾਹਿਬ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਅਸੀਂ ਸਾਰੇ ਈਸਟ ਲੰਡਨ ਤੋਂ ਇਹ ਬੋਲਦੇ ਹਾਂ, ਸਾਡੀ ਕਮੇਟੀ ਵੱਲੋਂ ਵੀ ਇਹ ਬਹੁਤ ਮਾੜੀ ਗਲਤ ਗੱਲ ਆ। ਸਾਡੇ ਕਿਸਾਨਾਂ 'ਤੇ ਜਿਹੜਾ ਇਹ ਧੱਕਾ ਹੋ ਰਿਹਾ, ਮੋਦੀ ਸਾਹਿਬ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ, ਕਿਉਂਕਿ ਸਾਰੇ ਇੰਗਲੈਂਡ, ਕੈਨੇਡਾ, ਅਮਰੀਕਾ ਵੱਲੋਂ ਸਾਰੇ ਭਰਾ ਰਲ ਕੇ ਅਸੀਂ ਇਹ ਜਿਹੜੇ ਮੋਦੀ ਦਾ ਕਾਨੂੰਨਾਂ ਦਾ ਬਰਖਲਾਫ ਇਹਨਾਂ ਦੇ ਗੱਲ ਕਰਦੇ ਹਾਂ ਵੀ ਇਹ ਜਿਹੜੀ ਆ ਕਾਨੂੰਨ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਏ ਜਾਣ ਤੇ ਇਸ ਕਰਕੇ ਕਿਸਾਨੇ ਆਪਣੇ ਆਪਣੇ ਘਰਾਂ ਨੂੰ ਵਾਪਸ ਆਉਣ। ਜਿਹੜੀਆਂ ਇੰਨੀਆਂ ਮੌਤਾਂ ਹੋ ਰਹੀਆਂ ਠੰਡ ਦੇ ਵਿੱਚ, ਸਾਡੇ ਬਜ਼ੁਰਗ ਬੈਠੇ ਆ, ਸਾਡੇ ਬੱਚੇ ਬੈਠੇ ਆ, ਉਹਨਾਂ ਨੂੰ ਮੋਦੀ ਨੂੰ ਇਹ ਗੱਲ ਦੇਖ ਕੇ ਇਹ ਕਾਨੂੰਨ ਵਾਪਸ ਲੈ ਕੇ ਤੇ ਇਹਨਾਂ ਕਿਸਾਨਾਂ ਨੂੰ ਵਾਪਸ ਜਾਣ ਲਈ। ਬਾਕੀ ਮੇਰੇ ਕਿਸਾਨ ਭਰਾਵਾਂ ਨੂੰ ਇੱਕ ਸਾਡੇ ਵੱਲੋਂ ਇਹ ਕਹਿਣਾ ਆ ਕਿ ਅਸੀਂ ਜਿੰਨੇ ਵੀ ਬਾਹਰ ਬੈਠੇ ਤੁਹਾਡੇ ਭਰਾ ਬੈਠੇ ਆ, ਅਸੀਂ ਦਿਲੋਂ ਹਰੇਕ ਚੀਜ਼ ਤੋਂ ਤੁਹਾਡੇ ਨਾਲ ਆ। ਤੁਸੀਂ ਫਿਕਰ ਨਹੀਂ ਕਰਨਾ, ਅਸੀਂ ਜਿੰਨੀ ਵੀ ਸਪੋਰਟ ਸਾਡੇ ਕੋਲੋਂ ਹੋਊਗੀ ਅਸੀਂ ਤੁਹਾਡੀ ਸਪੋਰਟ ਕਰਾਂਗੇ। ਮਨੋਂ ਧਨੋਂ ਲਾ ਕੇ ਜੋ ਵੀ ਜਿਹੜਾ ਵੀ ਆ, ਜਦੋਂ ਵੀ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ। ਕਿਸੇ ਚੀਜ਼ ਦੀ ਫਿਕਰ ਨਹੀਂ ਕਰਨੀ, ਅਸੀਂ ਤੁਹਾਡੇ ਨਾਲ ਖੜੇ ਆ, ਜਿੱਦਾਂ ਵੀ ਹੋ ਸਕਦਾ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Just want to say a big thank you to all the Punjabi singers and the celebrities who raised awareness for the current farmers' protest, farmers' movement in India. You know, all the singers, they diverted the attention of the youth away from all the bad stuff, and they're raising awareness for our innocent brothers and sisters who are sitting there protesting in India. You know, the singers are enlightening us about history, as you can see behind me, Baba Bunda Singh Ji behind it. They're the one that gave us the land many years ago, and so now it's our turn to look after it. And it's just a small request to all the singers and Punjabi celebrities who haven't supported to jump on board and raise awareness and support the movement, because this is going to go down in history. Vaheguru Ji Ka Khalsa, Vaheguru Ji Ki Fateh। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਐਕਟਰ ਨੂੰ ਸਪੋਰਟ ਦੇਂਦੇ ਮੋਰਚੇ ਨੂੰ, ਉਹਨਾਂ ਨਾਲ ਬਿਗ ਥੈਂਕ ਯੂ। ਜਿਹੜੇ ਨਹੀਂ ਉੱਥੇ ਸਪੋਰਟ ਦਿੰਦੇ, ਨੋਟ ਸਪੀਕਿੰਗ ਅਬਾਊਟ ਇਟ, ਉਹਨਾਂ ਨੂੰ ਬੇਨਤੀ ਆ ਪਲੀਜ਼ ਸਪੋਰਟ ਦ ਮੋਰਚਾ, ਐਨੀ ਅਵੇਅਰਨੈਸ ਵਿਲ ਹੈਲਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Just a note in India, all the politicians, can you please leave all of your issues, your personal problems behind and follow the Kisan? I want to thank everyone that's supporting so far. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਦਾਸ ਮੇਜਰ ਸਿੰਘ ਕਾਸੀ, ਮੁੱਖ ਸੇਵਾਦਾਰ ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਸਾਹਿਬ ਬਾਰਕਿੰਗ ਅਤੇ ਸੈਵਨ ਕਿੰਗ ਤੋਂ ਆਪ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜੋ ਆਪਾਂ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਪਿਛਲੇ ਤਕਰੀਬਨ 3.5 ਮਹੀਨਿਆਂ ਤੋਂ ਜੋ ਚੱਲ ਰਿਹਾ ਹੈ, ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਹਨ ਉਹ ਸੜਕਾਂ 'ਤੇ ਰੋਲ ਰਹੇ ਹਨ ਅਤੇ 20 ਏਰੀਆ ਵੀ ਆਉਂਦੇ ਹਨ। ਆਪ ਜਾਣਦੇ ਹੋ ਇੱਥੋਂ ਤੱਕ ਕਿ 60 ਤੋਂ ਜ਼ਿਆਦਾ ਸਿੱਖਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ, ਪਰ ਅਜੇ ਤੱਕ ਮੋਦੀ ਜੀ ਉਹਨਾਂ ਨੂੰ ਇਹ ਜੂ ਨਹੀਂ ਛੱਡ ਸਕੇ। ਉਹਨਾਂ ਨੇ ਇੱਕ ਵਾਰ ਅਫਸੋਸ ਵੀ ਨਹੀਂ ਕੀਤਾ ਅਤੇ ਹੋਰ ਤਾਂ ਗੱਲਾਂ ਕੀ ਸੁਣੀਆਂ ਸਨ। ਸੋ ਮੈਂ ਆਪਣੇ ਵੱਲੋਂ ਅਤੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਸਮੂਹ ਸਾਧ ਸੰਗਤ ਵੱਲੋਂ ਬੇਨਤੀ ਕਰਦਾ ਹਾਂ ਮੋਦੀ ਜੀ ਉਹਨਾਂ ਨੂੰ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਤੁਸੀਂ ਵੀ ਆਪ ਜੀਓ ਅਤੇ ਲੋਕਾਂ ਨੂੰ ਵੀ ਜੀਣ ਦਿਓ, ਅਤੇ ਜਿਹੜਾ ਕਾਲੇ ਕਾਨੂੰਨ ਤੁਸੀਂ 3 ਬਣਾਏ ਹੋਏ ਹਨ, ਉਹਨਾਂ 3 ਕਾਨੂੰਨਾਂ ਨੂੰ, ਕਾਲੇ ਕਾਨੂੰਨਾਂ ਨੂੰ ਖਤਮ ਕੀਤਾ ਜਾਵੇ, ਤਾਂ ਕਿ ਲੋਕ ਆਪਣੀ ਜ਼ਿੰਦਗੀ ਦਾ ਸਫਰ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਸੋਹਣੀ ਜੀ ਸਕਣ। ਸੋ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ, ਜਿਸ ਤਰ੍ਹਾਂ ਆਪਨੇ ਦੇਖਿਆ ਹੈ ਕਿ ਅੱਜ ਸਾਡੇ ਸਿੰਘ ਸਭਾ ਲੰਡਨ ਈਸਟ ਦੀ ਯੂਥ ਪਾਰਟੀ ਨੇ, ਜਿਨ੍ਹਾਂ ਵਿੱਚ ਮੋਸਟਲੀ ਕਬੱਡੀ ਪਲੇਅਰ ਵੀ ਆਉਂਦੇ ਹਨ, ਅਤੇ ਉਹਨਾਂ ਸਾਰਿਆਂ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ ਸਾਰੇ ਇਸ਼ਤਿਹਾਰ ਵੀ ਲੱਗੇ ਹਨ ਅਤੇ ਬਾਹਰ ਸੜਕਾਂ ਵੀ ਭਰੀਆਂ ਪਈਆਂ ਹਨ, ਜਿਨ੍ਹਾਂ ਦੇ ਦੁਕਾਨਾਂ ਦੇ ਉੱਤੇ ਬੇਸ਼ੁਮਾਰ ਲਾਏ ਹਨ ਕਿ ਸਾਨੂੰ
ਤਾਂ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਕਿਸਾਨੀ ਮੋਰਚਾ ਲੱਗਾ ਹੋਇਆ ਹੈ ਉਹਨੂੰ ਹੱਲ ਕਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ ਹਨ ਅਤੇ ਉਹੀ ਬੇਨਤੀਆਂ ਦਾ ਇੱਥੇ ਆਪ ਸਾਧ ਸੰਗਤ ਦੇ ਬਿਹਾਫ 'ਤੇ ਮੈਂ ਮੋਦੀ ਜੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ੍ਹ ਆਵੇ ਜਾਂ ਨਾ ਆਵੇ, ਜੋ ਸਮਾਂ ਪਰਮਾਤਮਾ ਨੇ ਆਪ ਜੀ ਨੂੰ ਦਿੱਤਾ ਹੈ ਉਸ ਨੂੰ ਆਪ ਜੀਓ ਅਤੇ ਦੂਸਰਿਆਂ ਨੂੰ ਜੀਣ ਦਿਓ ਅਤੇ ਪਰਮਾਤਮਾ ਮਿਹਰ ਕਰੇ ਤੁਸੀਂ ਇਹ 'ਤੇ ਸਬਕ ਬਖਸ਼ਿਸ਼ ਕਰਨ ਤੁਹਾਨੂੰ ਅਤੇ ਤਾਂ ਕਿ ਜਿਹੜਾ ਹੈ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਜਾਵੇ। ਇਹਨਾਂ ਕਹਿੰਦਾ ਹੋਇਆ ਪਹੁੰਚ ਚੁੱਕਦੇ ਕਿ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਾਗਰ ਸਿੰਘ ਭਰਾਲ ਸਿੱਖ ਕੌਂਸਲ ਗੁਰਦੁਆਰਿਆਂ ਦਾ ਵੀ ਮੈਂਬਰ ਹੈ ਅਤੇ ਇੱਥੇ ਈਸਟਲੈਂਡ ਵਿੱਚ ਬਿਲਕੁਲ ਪੰਜਾਬੀ ਸਾਹਿਤ ਸਭਾ ਦਾ ਮੀਤ ਪ੍ਰਧਾਨ ਹੁੰਦਾ ਹੋਇਆ, ਕਿਉਂਕਿ ਮੇਰਾ ਜੋ ਪਿਛਲਾ ਪਿਛੋਕੜ ਹੈ ਉਹ ਜ਼ਿਮੀਂਦਾਰਾਂ ਪਰਿਵਾਰ ਨਾਲ ਹੈ। ਅਸੀਂ ਵੀ ਜਦ ਪੜ੍ਹਦੇ ਜਦ ਖੇਤੀਬਾੜੀ ਕਰਦੇ ਆਏ ਹਾਂ ਅਤੇ ਇਹ ਜੋ ਕਿਸਾਨਾਂ ਦਾ ਮੋਰਚਾ ਲੱਗਿਆ ਹੈ ਇਹਦੇ ਨਾਲ ਸਾਡੇ ਵੱਡੇ ਬਜ਼ੁਰਗ ਭੈਣ ਭਾਈ ਸਾਰੇ ਉੱਥੇ ਮੋਰਚੇ 'ਤੇ ਡਟੇ ਹੋਏ ਹਨ ਅਤੇ ਸਾਨੂੰ ਬਹੁਤ ਇਸ ਚੀਜ਼ ਦੀ ਬੜੀ ਤਕਲੀਫ ਹੋ ਰਹੀ ਹੈ, ਕਿਉਂਕਿ ਉਹ ਇੰਨੀਆਂ ਸਬਜ਼ੀਆਂ ਵਿੱਚ ਉੱਥੇ ਵਿਚਾਰੇ ਜੂਝ ਰਹੇ ਹਨ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਕਾਨੂੰਨ ਸਰਕਾਰ ਨੇ ਆਪਦੇ ਜਾਣੀ ਤਾਂ ਠੀਕ ਬਣਾਏ ਹੋਣਗੇ, ਪਰ ਜੇ ਕਿਸਾਨਾਂ ਨੂੰ ਇਹ ਫਿੱਟ ਨਹੀਂ ਤਾਂ ਉਹਨਾਂ ਨੂੰ ਜ਼ਰੂਰ ਵਾਪਸ ਲੈ ਲੈਣਾ ਚਾਹੀਦਾ ਹੈ, ਕਿਉਂਕਿ ਸਰਕਾਰ ਦਾ ਕੰਮ ਜਨਤਾ ਦੀ ਸੇਵਾ ਕਰਨਾ ਹੈ। ਜੇਕਰ ਜਨਤਾ ਹੀ ਉਹਨਾਂ ਦੇ ਕਾਨੂੰਨਾਂ ਤੋਂ ਖੁਸ਼ ਨਹੀਂ ਤਾਂ ਉਹਨਾਂ ਕਾਨੂੰਨਾਂ ਨੂੰ ਬਣਾਉਣ ਦੀ ਲੋੜ ਨਹੀਂ ਸੀ। ਜੇ ਬਣ ਗਏ ਹਨ ਤਾਂ ਉਹਨਾਂ ਨੂੰ ਛੇਤੀ ਤੋਂ ਛੇਤੀ ਵਾਪਸ ਲੈ ਕੇ ਇਹਨਾਂ ਜ਼ਿਮੀਂਦਾਰਾਂ ਨੂੰ ਆਪੋ ਆਪਣੇ ਘਰਾਂ ਨੂੰ ਤੋਰਿਆ ਜਾਵੇ ਅਤੇ ਕੰਟਰੀ ਦੀ ਖੁਸ਼ਹਾਲੀ ਨੂੰ ਮੁੱਖ ਰੱਖਿਆ ਜਾਵੇ, ਦੇਸ਼ ਵਿੱਚ ਸ਼ਾਂਤੀ ਬਣੀ ਰਹੇ ਅਤੇ ਭਾਈਚਾਰਾ ਬਣਿਆ ਰਹੇ। ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸਮ ਦੀ ਫਿਰਕਾਪ੍ਰਸਤੀ ਦੀ ਲਹਿਰ ਫੇਰ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਭਾ ਲੰਡਨ ਈਸਟ 7 ਕਿੰਗ ਐਂਡ ਬਾਰਕਿੰਗ ਮੀਤ ਪ੍ਰਧਾਨ ਕਰਨੈਲ ਸਿੰਘ ਨਰਵਾਲ, ਮੈਂ ਬੇਨਤੀ ਕਰਦਾ ਹਾਂ ਮੋਦੀ ਸਾਹਿਬ ਦੇ ਨੂੰ ਕਿਸਾਨਾਂ ਵੀਰਾਂ ਨੂੰ ਇਹਨਾਂ ਨਾ ਤੰਗ ਕਰ, ਸਾਡੇ ਭੈਣ ਭਰਾਵਾਂ ਨੂੰ ਨਾ ਤੰਗ ਕਰ। ਇਹ ਕਿਸਾਨਾਂ ਦੇ ਨਾਲ ਆ ਸਾਰੇ, ਤੋ ਇੱਦਾਂ ਨਾ ਸਮਝੀ ਵੀ ਹਰੇਕ ਮੁਲਕ ਦਾ ਕਿਸਾਨ ਵੀਰਾਂ ਦੇ ਨਾਲ ਆ, ਹਰੇਕ ਮੁਲਕ ਦਾ ਬਾਹਰਲੀਆਂ ਕੰਟਰੀਆਂ ਤੋਂ ਉਹਨਾਂ ਦੇ ਨਾਲ ਜੋ ਵੀ ਕਾਲੇ ਧੰਦੇ ਵਾਪਸ ਕਰ ਲਾ ਤਾਂ ਉਹਨਾਂ ਨੂੰ ਘਰੇ ਆਉਣ ਦੇ। 3 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ, ਤੂੰ ਇੱਕ ਦਿਨ ਵੀ ਬੈਠ ਕੇ ਬਾਹਰ ਦਿਖਾ ਸਾਨੂੰ, ਫਿਰ ਤੈਨੂੰ ਮੰਨ ਜਾਵਾਂਗੇ ਵੀ ਤੂੰ ਸੜਕਾਂ 'ਤੇ ਸੌਂ ਸਕਦਾ। ਤੂੰ ਤਾਂ ਗੱਦਿਆਂ 'ਤੇ ਸੌਂਦਾ। ਜਿਹੜੇ ਸਾਡੇ ਵੀਰ ਭੈਣਾਂ ਸਾਰੇ ਬਜ਼ੁਰਗ ਚਾਹੇ ਕੋਈ ਵੀ, ਜਿਹੜਾ ਸੜਕਾਂ ਦੇ ਬੱਚੇ ਵੀ ਸੌਂਦੇ ਆ, ਕਿੰਨੇ ਤੰਗ ਆ। ਮੀਂਹ ਪੈਂਦਾ ਸੀਗਾ, ਕਿਸੇ ਤੋਂ ਚੱਲ ਨਹੀਂ ਹੁੰਦਾ ਸੀਗਾ, ਅੰਦਰ ਬੈਠਿਆ ਤੋਂ ਨਹੀਂ ਕਿਸੇ ਤੋਂ ਚੱਲ ਹੁੰਦਾ, ਉਹ ਬਾਹਰ ਬੈਠੇ ਕਿੱਦਾਂ ਆਪਣਾ ਗੁਜ਼ਾਰਾ ਕਰਦੇ। ਵਾਹਿਗੁਰੂ ਖਾਲਸਾ ਵਾਹਿਗੁਰੂ। ਜੋ ਅਸੀਂ ਜਿਹੜਾ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਮੋਰਚਾ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿੰਨੇ ਵੀ ਸਾਡੇ ਗਾਇਕ ਆ ਜਾਂ ਲੇਖਕ ਆ ਜਿਨ੍ਹਾਂ ਨੇ ਯੂਥ ਦੇ ਵਿੱਚ ਜੋਸ਼ ਭਰਿਆ ਗਾ ਕੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜੇ ਵੀਰ ਗਾਇਕ ਨਹੀਂ ਵੀ ਆ ਸਕੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਆ ਕੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ। ਇਸੇ ਤਰ੍ਹਾਂ ਹੀ ਜਿਨ੍ਹਾਂ ਵੀਰਾਂ ਨੇ ਸਾਡਿਆਂ ਨੇ ਬਾਲੀਵੁੱਡ ਦੇ ਵਿੱਚ ਪੱਗਾਂ ਬੰਨ੍ਹ ਕੇ ਪਬਲਿਸਿਟੀ ਲਈ ਸੀ, ਫਿਲਮਾਂ ਬਣਾ ਕੇ, ਅੱਜ ਉਹ ਸਾਡੇ ਨਾਲ ਸਟੈਂਡ ਲੈਣ, ਅੰਦੋਲਨ ਦੇ ਵਿੱਚ ਆ ਕੇ ਉੱਥੇ ਸਾਡੇ ਬਜ਼ੁਰਗਾਂ ਦੇ ਨਾਲ ਆ ਕੇ ਖੜੇ ਹੋਣ। ਇਸੇ ਤਰ੍ਹਾਂ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਵਾ ਜਿਨ੍ਹਾਂ ਵਿੱਚ ਸੰਤ ਸਮਾਜ ਆ ਜਾਂ ਹੋਰ ਜਿੰਨੇ ਜਥੇਬੰਦੀਆਂ ਵਾ ਜਿਹੜੀਆਂ ਖੁੱਲ੍ਹੇ ਤੌਰ 'ਤੇ ਅਜੇ ਤੱਕ ਉਹ ਅਜੇ ਮੋਰਚੇ ਵਿੱਚ ਨਹੀਂ ਆ ਸਕੇ, ਨਹੀਂ ਸ਼ਮੂਲੀਅਤ ਕੀਤੀ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਹੁਣ ਆਹ ਟਾਈਮ ਗੌਰਮੈਂਟ ਜਾਂ ਲੀਡਰਾਂ ਨਾਲ ਮੀਟਿੰਗ ਕਰਨ ਦਾ ਨਹੀਂ ਆ। ਸੋ ਜੇ ਤੁਹਾਨੂੰ ਸਟੇਜ 'ਤੇ ਬੋਲਣ ਦੀ ਟਾਈਮ ਨਹੀਂ ਵੀ ਦਿੰਦੇ, ਤੁਸੀਂ ਸੰਗਤ ਰੂਪ ਵਿੱਚ ਆ ਕੇ ਉਹਨਾਂ ਦੇ ਕਿਸਾਨਾਂ ਦੇ ਨਾਲ ਆ ਕੇ ਸੰਗਤ ਰੂਪ ਵਿੱਚ ਬੈਠੋ। ਸੋ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਅਤੇ ਮੋਦੀ ਗੌਰਮੈਂਟ ਨੂੰ ਕਿ ਇਹ ਜਿਹੜੇ ਕਾਨੂੰਨ ਜਿਹੜੇ ਤੁਸੀਂ ਬਣਾਏ ਹਨ ਇਹਨਾਂ ਨੂੰ ਵਾਪਸ ਲਿਆ ਜਾਵੇ। ਤੁਸੀਂ ਸਾਡੇ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ ਘਰਾਂ ਨੂੰ ਜਾਣ ਦਿੱਤਾ ਜਾਵੇ, ਉਹ ਆ ਕੇ ਆਪਣਾ ਨਵਾਂ ਸਾਲ ਮਨਾਉਣ। ਇਸੇ ਤਰ੍ਹਾਂ ਹੀ ਇਹ ਉਹੀ ਖਾਲਸਾ, ਇਹ ਉਹੀ ਅੰਦੋਲਨ ਦੇ ਕਿਸਾਨ ਭਰਾ ਬੈਠੇ ਹਨ ਜਿਹੜਾ ਸਾਡਾ ਇਤਿਹਾਸ ਹੈ 1634 ਦੇ ਵਿੱਚ ਤੋਂ ਲੱਗ ਕੇ 1883 ਤੱਕ 249 ਸਾਲ ਖਾਲਸੇ ਨੇ ਖੰਡਾ ਖੜਕਾਇਆ ਸੀ। ਸੋ ਅਸੀਂ ਉਹਨਾਂ ਦੇ ਗੁਰੂ ਸਾਹਿਬਾਨਾਂ ਦਾ ਸਾਡੇ ਰਗਾਂ ਵਿੱਚ ਖੂਨ ਚੱਲ ਰਿਹਾ ਵਾ। ਸੋ ਅਸੀਂ ਬੇਨਤੀ ਕਰਦੇ ਹਾਂ ਮੋਦੀ ਸਰਕਾਰ ਨੂੰ, ਅਸੀਂ ਇਹ ਵੀ ਕਹਿੰਦੇ ਹਾਂ ਜੇ ਡੁੱਲੇ ਬਿਰਾਂ ਦਾ ਕੁਛ ਨਹੀਂ ਵਿਗੜਿਆ। ਸੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜੇ ਸਿੱਧੀ ਉਂਗਲੀ ਨਾਲ ਘੇ ਨਾ ਨਿਕਲੇ ਤੇ ਉਂਗਲੀ ਟੇਢੀ ਕਰ ਲਈਦੀ ਆ। ਸੋ ਬੇਨਤੀ ਕਰਦੇ ਹਾਂ ਇਹ ਗੌਰਮੈਂਟ ਨੇ ਡਿਸਾਈਡ ਕਰਨਾ ਵਾ। ਸੋ ਅਸੀਂ ਇੱਥੇ ਤੱਕ ਨਹੀਂ ਜਾਣਾ ਚਾਹੁੰਦੇ, ਅਸੀਂ ਪੀਸਫੁਲੀ ਇਹਨੂੰ ਮੋਰਚਾ ਰੱਖਣਾ ਚਾਹੁੰਦੇ ਹਾਂ। ਸੋ ਸਾਡੇ ਇਹ ਜਿਹੜੇ ਕਾਨੂੰਨ ਆ ਵਾਪਸ ਲੈ ਜਾਣ ਤੇ ਬਜ਼ੁਰਗਾਂ ਸਾਡਿਆਂ ਸਾਰਿਆਂ ਨੂੰ ਘਰੋਂ ਜਾਣ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ।